ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸ਼ਰ੍ਹਾ ਤੋਂ ਸੰਬੰਧਿਤ ਇੱਕ ਮਹੱਤਵਪੂਰਨ ਪ੍ਰਸ਼ਨ ਬਾਰੇ ਗੌਰ ਕਰ ਰਹੇ ਸੀ। ਅਸੀਂ ਗੌਰ ਕਰ ਰਹੇ ਸੀ ਕਿ ਸ਼ਰ੍ਹਾ ਹੁਣ ਲੁਪਤ ਹੋ ਚੁੱਕੀ ਹੈ ਕਿ ਪ੍ਰਭੂ ਯਿਸੂ ਜੀ ਇਸ ਧਰਤੀ ਦੇ ਉੱਤੇ ਸ਼ਰ੍ਹਾ ਨੂੰ ਸਮਾਪਤ ਕਰਨ ਆਏ ਸੀ। ਅਸੀਂ ਇਹਨਾਂ ਸਵਾਲਾਂ ਦੇ ਜਵਾਬ ਪ੍ਰਭੂ ਯਿਸੂ ਮਸੀਹ ਜੀ ਤੋਂ ਜ਼ੁਬਾਨੀ ਸੁਣਿਆ ਕਿ ਉਹ ਸ਼ਰ੍ਹਾ ਨੂੰ ਸਮਾਪਤ ਕਰਨ ਨਹੀਂ ਸਗੋਂ ਪੂਰਾ ਕਰਨ ਆਏ ਸੀ। ਦੋਸਤੋ, ਅੱਜ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਅਧਿਐਨ ਕਰਨ ਜਾ ਰਹੇ ਹਾਂ। ਇਹ ਵਿਸ਼ਾ ਇਨਸਾਨ ਦੇ ਵਿਅਕਤੀਤਵ ਨਾਲ ਜੁੜਿਆ ਹੋਇਆ ਹੈ। ਸਾਡਾ ਅੱਜ ਦਾ ਵਿਸ਼ਾ ਹੈ ਕ੍ਰੋਧ ਅਤੇ ਮਾਫੀ। ਇਸ ਵਿਸ਼ੇ ਨੂੰ ਸਮਝਣ ਦੇ ਲਈ ਤੁਸੀਂ ਸਾਡੇ ਨਾਲ ਆਪਣੀ ਬਾਈਬਲਾਂ ਵਿੱਚੋਂ ਮੱਤੀ ਦੀ ਅੰਜੀਲ ਉਸ ਦੇ 5 ਅਧਿਆਏ ਦੀ 21 ਆਇਤ ਤੋਂ ਲੈ ਕੇ 26 ਆਇਤਾਂ ਤੱਕ ਦੇ ਵਚਨਾਂ ਨੂੰ ਪੜ੍ਹ ਸਕਦੇ ਹੋ। ਇਸ ਵਿਸ਼ੇ ਦੀ ਰੂਪਰੇਖਾ ਦੇ ਵਿੱਚ 2 ਪ੍ਰਮੁੱਖ ਬਿੰਦੂ ਹਨ ਜਿਨ੍ਹਾਂ ਦੇ ਅਧੀਨ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਹਿਲਾ, ਮਨਮੁਟਾਵ। ਇਸ ਦੇ ਅਧੀਨ ਅਸੀਂ ਜਿਹੜੀ ਗੱਲਾਂ ਨੂੰ ਵੇਖਾਂਗੇ ਉਹ ਇਸ ਪ੍ਰਕਾਰ ਹਨ: ਗੁਪਤ ਕ੍ਰੋਧ ਦੀ ਗੰਦਗੀ, ਪ੍ਰਗਟ ਕ੍ਰੋਧ ਦੀ ਸ਼ਕਤੀ ਅਤੇ ਨਿੰਦਾ ਕਰਨ ਵਾਲੇ ਕ੍ਰੋਧ ਦੀ ਸ਼ਕਤੀ। ਦੂਜਾ ਬਿੰਦੂ, ਮੇਲ ਮਿਲਾਪ। ਇਸ ਦੇ ਅਧੀਨ ਅਸੀਂ ਜਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਾਂਗੇ ਉਹ ਹਨ ਗਲਤੀ ਯਾਦ ਰੱਖਣਾ, ਭਗਤੀ ਦਾ ਇਨਕਾਰ, ਆਪਣੇ ਭਰਾ ਨਾਲ ਮੇਲ ਅਤੇ ਭਗਤੀ ਲਈ ਵਾਪਸੀ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ: ਕ੍ਰੋਧ ਅਤੇ ਮਾਫੀ। ਨੰਬਰ 1, ਮਨ ਮੁਟਾਓ। ਭਾਗ ਊੜਾ, ਗੁਪਤ ਕ੍ਰੋਧ ਦੀ ਗੰਦਗੀ। ਭਾਗ ਐੜਾ, ਪ੍ਰਗਟ ਕ੍ਰੋਧ ਦੀ ਸ਼ਕਤੀ। ਭਾਗ ਈੜੀ, ਨਿੰਦਿਆ ਕਰਨ ਵਾਲੇ ਕ੍ਰੋਧ ਦੀ ਤਰੱਕੀ। ਨੰਬਰ 2, ਮੇਲ ਮਿਲਾਪ। ਭਾਗ ਊੜਾ, ਗਲਤੀ ਯਾਦ ਰੱਖਣਾ। ਭਾਗ ਐੜਾ, ਭਗਤੀ ਦਾ ਇਨਕਾਰ। ਭਾਗ ਈੜੀ, ਆਪਣੇ ਭਰਾ ਨਾਲ ਮੇਲ। ਭਾਗ ਸੱਸਾ, ਭਗਤੀ ਲਈ ਵਾਪਸੀ। ਪਹਾੜ ਤੇ ਉਪਦੇਸ਼ ਦਿੰਦੇ ਹੋਏ ਯਿਸੂ ਨੇ ਅੱਗੇ ਇਹ ਸ਼ਬਦ ਆਖੇ। ਮੱਤੀ 5:21 ਵਚਨ। ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ, ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। 22 ਐਤ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਾਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰਕੇ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਪਰ ਜਿਹੜਾ ਕਹੇ ਮੂਰਖਾ ਉਹ ਅਗਨ ਦੀ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। ਐ 23। ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜਾਉਣ ਲੱਗੇ ਆਵੇਂ, ਤਾਂ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ। 24 ਐ। ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਾ ਜਾ, ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ, ਪਿੱਛੋਂ ਆਣ ਕੇ ਆਪਣੀ ਭੇਟ ਚੜਾ। 25 ਐ। ਜਿੰਨਾ ਚਿਰ ਤੂੰ ਆਪਣੀ ਮੁਦਈ ਨਾਲ ਰਾਸਤੇ ਵਿੱਚ ਹੈ, ਛੇਤੀ ਉਹਦੇ ਨਾਲ ਮਿਲਾਪ ਕਰ, ਮਤੇ ਮੁਦਈ ਤੈਨੂੰ ਹਾਕਮ ਦੇ ਹਵਾਲੇ ਕਰੇ, ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ, ਅਤੇ ਤੂੰ ਕੈਦ ਵਿੱਚ ਪੈ ਜਾਵੇਂ। 26 ਐ। ਮੈਂ ਤੈਨੂੰ ਸੱਚ ਆਖਦਾ ਹਾਂ, ਭਾਈ ਜਿੰਨਾ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ, ਉੱਥੇ ਕਿਸੇ ਬਿੱਦ ਨਾ ਛੁੱਟੇਗਾ। ਮੱਤੀ 5:21 ਵਚਨ ਤੋਂ ਲੈ ਕੇ 26 ਵਚਨ ਤੱਕ। ਮੇਰੇ ਦੋਸਤੋ, ਗੈਰੀ ਇਗਰੀਡ ਨੇ ਇੱਕ ਆਦਮੀ ਦੀ ਕਹਾਣੀ ਦੱਸੀ ਜਿਸ ਨੂੰ ਕੁੱਤੇ ਨੇ ਵੱਢ ਲਿਆ ਸੀ, ਅਤੇ ਬਾਅਦ ਵਿੱਚ ਪਤਾ ਲੱਗਾ ਕਿ ਕੁੱਤਾ ਪਾਗਲ ਸੀ। ਉਹ ਵਿਅਕਤੀ ਜਲਦੀ ਹਸਪਤਾਲ ਗਿਆ, ਅਤੇ ਜਾਂਚ ਦੇ ਦੁਆਰਾ ਪਤਾ ਲੱਗਾ ਕਿ ਉਸ ਨੂੰ ਰੈਬਿਜ਼ ਰੋਗ ਦਾ ਅਸਰ ਹੋ ਗਿਆ ਹੈ। ਉਸ ਸਮੇਂ ਮੈਡੀਕਲ ਸਾਇੰਸ ਕੋਲ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਸੀ। ਉਸ ਦਾ ਡਾਕਟਰ ਹਿੰਮਤ ਨਹੀਂ ਕਰ ਪਾ ਰਿਹਾ ਸੀ ਕਿ ਉਹ ਉਸ ਨੂੰ ਕਿਸ ਤਰ੍ਹਾਂ ਦੱਸੇ ਕਿ ਉਸ ਦਾ ਹੁਣ ਕੋਈ ਇਲਾਜ ਨਹੀਂ ਹੈ। ਅਤੇ ਅੰਤ ਹੈ, ਸ਼੍ਰੀਮਾਨ ਜੀ, ਅਸੀਂ ਤੁਹਾਡਾ ਇਲਾਜ ਕਰਨ ਲਈ ਭਰਪੂਰ ਕੋਸ਼ਿਸ਼ ਕਰਾਂਗੇ, ਪਰ ਮੈਂ ਤੁਹਾਨੂੰ ਝੂਠਾ ਦਿਲਾਸਾ ਨਹੀਂ ਦੇ ਸਕਦਾ। ਸੱਚ ਤਾਂ ਇਹ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ। ਮੇਰੀ ਸਭ ਤੋਂ ਚੰਗੀ ਸਲਾਹ ਇਹ ਹੈ ਕਿ ਤੁਸੀਂ ਆਪਣੇ ਜੀਵਨ ਦੇ ਕੰਮ ਜਿੰਨੀ ਜਲਦੀ ਹੋ ਸਕੇ ਕਰ ਲਵੋ। ਇਹ ਮਰਨ ਵਾਲਾ ਇਨਸਾਨ ਦੁੱਖ ਨਾਲ ਭਰ ਕੇ ਆਪਣੇ ਬਿਸਤਰ ਤੇ ਬੈਠ ਗਿਆ। ਹਿੰਮਤ ਕਰਕੇ ਉਸਨੇ ਇੱਕ ਪੈਨ ਅਤੇ ਪੇਪਰ ਮੰਗਿਆ ਅਤੇ ਪੂਰੀ ਹਿੰਮਤ ਨਾਲ ਆਪਣੇ ਕੰਮ ਵਿੱਚ ਲੱਗ ਪਿਆ। 1 ਘੰਟੇ ਦੇ ਬਾਅਦ ਜਦ ਡਾਕਟਰ ਵਾਪਸ ਆਇਆ, ਤਦ ਤੱਕ ਉਹ ਵਿਅਕਤੀ ਬੜੇ ਜੋਸ਼ ਨਾਲ ਲਿਖ ਰਿਹਾ ਸੀ। ਮੈਂ ਵੇਖ ਕੇ ਬਹੁਤ ਖੁਸ਼ ਹੋਇਆ ਕਿ ਤੂੰ ਆਪਣੀ ਵਸੀਅਤ ਤਿਆਰ ਕਰ ਰਿਹਾ ਹੈ, ਡਾਕਟਰ ਨੇ ਇਸ ਤਰ੍ਹਾਂ ਆਖਿਆ। ਵਿਅਕਤੀ ਨੇ ਕਿਹਾ, ਇਹ ਮੇਰੀ ਵਸੀਅਤ ਨਹੀਂ ਹੈ ਡਾਕਟਰ, ਇਹ ਉਹਨਾਂ ਲੋਕਾਂ ਦੀ ਲਿਸਟ ਹੈ ਜਿਨ੍ਹਾਂ ਨੂੰ ਮੈਂ ਮਰਨ ਤੋਂ ਪਹਿਲਾਂ ਨਾਸ਼ ਕਰਨਾ ਚਾਹੁੰਦਾ ਸੀ। ਮੈਂ ਪ੍ਰਗਟ ਨਹੀਂ ਕਰਨਾ ਚਾਹੁੰਦਾ ਕਿ ਇਹ ਕਹਾਣੀ ਸੱਚੀ ਹੈ, ਪਰ ਇਹ ਗੱਲ ਪੱਕੀ ਹੈ ਕਿ ਇੱਕ ਕ੍ਰੋਧੀ ਆਦਮੀ ਹੈ ਜਿਸ ਦੇ ਅੰਦਰ ਕ੍ਰੋਧ ਭਰਿਆ ਹੈ,
ਜਦ ਕਿ ਉਹ ਮਰਨ ਦੇ ਕਿਨਾਰੇ ਪਹੁੰਚ ਚੁੱਕਾ ਹੈ। ਆਪਣੇ ਪਹਾੜੀ ਉਪਦੇਸ਼ ਵਿੱਚ ਇਸ ਤਰ੍ਹਾਂ ਹੀ ਗੱਲ ਕਰ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਇਹ ਇੱਕ ਮਹੱਤਵਪੂਰਨ ਉਪਦੇਸ਼ ਹੈ ਜਿਸ ਨੂੰ ਹਮੇਸ਼ਾ ਹੀ ਵੱਡੇ ਵੱਡੇ ਉਪਦੇਸ਼ਕ ਦੱਸਦੇ ਆ ਰਹੇ ਹਨ। ਯਿਸੂ ਨੇ ਵੀ ਆਪ ਇਹ ਉਪਦੇਸ਼ ਦਿੱਤਾ। ਤੁਹਾਨੂੰ ਯਾਦ ਹੋਵੇਗਾ, ਉਸਨੇ ਇਹ ਕਹਿ ਕੇ ਗੱਲ ਖਤਮ ਕੀਤੀ ਸੀ ਕਿ ਜੇ ਤੁਹਾਡਾ ਧਾਰਮਿਕਤਾ ਫਰੀਸੀਆਂ ਦੀ ਧਾਰਮਿਕਤਾ ਤੋਂ ਵੱਧ ਹੋਣੀ ਚਾਹੀਦੀ ਹੈ, ਜੇ ਤੁਸੀਂ ਸਵਰਗ ਰਾਜ ਵਿੱਚ ਜਾ ਰਹੇ ਹੋ। ਅਤੇ ਹੁਣ ਇਸ ਸੰਦੇਸ਼ ਵਿੱਚ ਅੱਜ ਅਸੀਂ ਕੁਝ ਹੋਰ ਚੀਜ਼ਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਬਾਰੇ ਯਿਸੂ ਨੇ 5 ਗੱਲਾਂ ਵਿੱਚ ਸਪਸ਼ਟੀਕਰਨ ਦਿੱਤਾ ਹੈ। ਉਹ 5 ਗੱਲਾਂ ਹਨ: ਹੱਤਿਆ, ਬਭਿਚਾਰ, ਤਲਾਕ, ਬਦਲਾ ਅਤੇ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨਾ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਜਦ ਯਿਸੂ ਨੇ ਸੱਚੀ ਧਾਰਮਿਕਤਾ ਦੇ ਸੁਆਦ ਦੇ ਬਾਰੇ ਦੱਸਣਾ ਚਾਹਿਆ। ਉਸਨੇ ਪਹਿਲਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਨਹੀਂ ਕੀਤੀ ਜੋ ਇਸ ਸੰਦੇਸ਼ ਦੇ ਅੰਤ ਵਿੱਚ ਹੈ, ਪਰ ਉਸਨੇ ਆਪਣੇ ਸਮੇਂ ਵਿਅਕਤੀਗਤ ਮੇਲ ਮਿਲਾਪ ਉੱਤੇ ਖਰਚ ਕੀਤਾ। ਯਿਸੂ ਜਾਣਦਾ ਸੀ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਜੀਵਨ ਵਿੱਚ ਅਤੇ ਧਾਰਮਿਕਤਾ ਵਿੱਚ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਇਸ ਭਾਗ ਵਿੱਚ ਉਹ ਪਰਮੇਸ਼ਰ ਦੀ 6ਵੀਂ ਆਗਿਆ ਦੇ ਬਾਰੇ, ਜਿਸ ਨੂੰ ਅੱਜ ਅਸੀਂ ਪੜ੍ਹਿਆ, ਗੱਲਬਾਤ ਕਰਦੇ ਹਾਂ। ਹੱਤਿਆ ਨਾ ਕਰਨਾ। ਉਹ ਇਸ ਆਗਿਆ ਦਾ ਸਹੀ ਅਰਥ ਦੱਸਣ ਲਈ ਵਿਆਖਿਆ ਕਰ ਰਿਹਾ ਹੈ। ਉਹ ਖਤਮ ਹੋ ਗਿਆ ਹੈ। ਇਹ ਉਹ ਹੱਤਿਆ ਹੈ ਜੋ ਕੇਵਲ ਹੱਥਾਂ ਦਾ ਹੀ ਗੁਨਾਹ ਨਹੀਂ, ਪਰ ਇਹ ਉਸ ਦੇ ਦਿਲ ਦਾ ਵੀ ਗੁਨਾਹ ਹੈ। ਇਸ ਸੰਦੇਸ਼ ਵਿੱਚ 4 ਵਾਰ ਭਰਾ ਦੇ ਬਾਰੇ ਗੱਲਬਾਤ ਕਰਦਾ ਹੈ। ਇਸ ਵਿੱਚ ਉਹ ਉਹਨਾਂ ਦੇ ਬਾਰੇ ਗੱਲਬਾਤ ਕਰ ਰਿਹਾ ਹੈ ਜੋ ਸਾਡੇ ਪਰਿਵਾਰ ਵਿੱਚ ਹਨ। ਉਹ ਰਸਮੀ ਬੋਲਚਾਲ ਇੱਕ ਕ੍ਰੋਧ ਦੇ ਬਾਰੇ ਗੱਲ ਸ਼ੁਰੂ ਕਰਦਾ ਹੈ। ਉਹ ਆਖਦਾ ਹੈ, ਤੁਸੀਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ, ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ, ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰਕੇ ਅਦਾਲਤ ਦੇ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਜੇ ਅਸੀਂ ਅੱਜ ਦੀ ਪੀੜ੍ਹੀ ਵਿੱਚ ਹੱਤਿਆ ਦੇ ਬਾਰੇ ਗੱਲਬਾਤ ਕਰੀਏ, ਕਿਉਂ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਿਸੂ ਦੇ ਦਿਨਾਂ ਵਿੱਚ ਵੀ ਸੀ। ਕੇਵਲ ਹੁਣ ਇਸ ਦਾ ਤਰੀਕਾ ਬਦਲ ਗਿਆ ਹੈ। ਅੱਜ ਦੇ ਮਾਹੌਲ ਵਿੱਚ ਅਬੋਰਸ਼ਨ ਅਤੇ ਆਤਮ ਹੱਤਿਆ ਦਾ ਪ੍ਰਚਲਨ ਆਮ ਵੇਖਣ ਵਿੱਚ ਮਿਲਦਾ ਹੈ। ਪਰੇਸ਼ਾਨੀ ਤਾਂ ਇਹ ਹੈ ਕਿ ਅਸੀਂ ਕਿੰਨੀ ਆਸਾਨੀ ਨਾਲ ਜੀਵਨ ਨੂੰ ਸਮਾਪਤ ਕਰਦੇ ਹਾਂ। ਅੱਜ ਯੂਨਾਈਟਿਡ ਸਟੇਟ ਵਿੱਚ ਜਵਾਨ ਬੱਚਿਆਂ ਦੀ ਮੌਤ ਦਾ ਅਸਲੀ ਕਾਰਨ ਹੱਤਿਆ ਕਾਰਨ ਹੈ, ਅਤੇ ਮੌਤ ਦਾ ਉੱਥੇ ਹੱਤਿਆ ਕਰਨਾ 10ਵਾਂ ਕਾਰਨ ਹੈ। ਮੈਂ ਗੰਭੀਰਤਾ ਨਾਲ ਇਹ ਕਹਿ ਸਕਦਾ ਹਾਂ, ਜੇ ਕਿਸੇ ਨੇ ਯਿਸੂ ਦੇ ਪਹਾੜੀ ਉਪਦੇਸ਼ ਸੁਣਿਆ ਤਾਂ ਸ਼ਾਇਦ ਹੀ ਉਹ ਹੱਤਿਆ ਦਾ ਦੋਸ਼ੀ ਠਹਿਰ ਸਕਦਾ ਹੈ। ਵਾਸਤਵ ਵਿੱਚ ਯਹੂਦੀ ਲੋਕ ਪਰਮੇਸ਼ਰ ਦੇ 10 ਨਿਯਮ ਮੰਨਦੇ ਸੀ। ਇਸ ਲਈ ਜਦ ਉਹਨਾਂ ਨੇ ਯਿਸੂ ਦੀ ਗੱਲਬਾਤ ਸੁਣੀ, ਸਕੂਨ ਪਾਇਆ, ਕਿਉਂ ਜੋ ਉਹਨਾਂ ਵਿੱਚ ਕੋਈ ਵੀ ਹੱਤਿਆਰਾ ਨਹੀਂ ਸੀ। ਉਹ ਇਸ ਗੱਲ ਤੇ ਬਹੁਤ ਘਮੰਡ ਕਰਦੇ ਸੀ ਕਿ ਉਹਨਾਂ ਵਿੱਚ ਕੋਈ ਹੱਤਿਆਰਾ ਨਹੀਂ ਹੈ। ਉਹਨਾਂ ਨੂੰ ਇਸ ਗੱਲ ਦਾ ਵੀ ਘਮੰਡ ਸੀ ਕਿ ਉਹਨਾਂ ਨੇ ਕਦੇ ਵੀ ਪਰਮੇਸ਼ਰ ਦੀ 6ਵੀਂ ਆਗਿਆ ਦਾ ਉਲੰਘਣ ਨਹੀਂ ਕੀਤਾ, ਕਿਸੇ ਨੇ ਵੀ ਨਹੀਂ। ਇਸ ਲਈ ਜਦ ਯਿਸੂ ਨੇ ਆਗਿਆ ਦੇ ਬਾਰੇ ਗੱਲਬਾਤ ਸ਼ੁਰੂ ਕੀਤੀ, ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਨੂੰ ਬਹੁਤ ਚੋਟ ਲੱਗੀ ਹੋਵੇਗੀ, ਕਿਉਂ ਜੋ ਉਹ ਸੋਚਦੇ ਸੀ ਕਿ ਉਹ ਇਸ ਆਗਿਆ ਨੂੰ ਮੰਨਦੇ ਹਨ, ਅਤੇ ਕੋਈ ਵੀ ਇਸ ਦਾ ਅਹਿਸਾਸ ਨਹੀਂ ਸੀ ਕਰਦਾ ਕਿ ਉਹਨਾਂ ਨੇ ਆਗਿਆ ਤੋੜਨ ਦਾ ਉਲੰਘਣ ਕੀਤਾ ਹੈ। ਤਦ ਯਿਸੂ ਨੇ ਉਸ ਉੱਤੇ ਆਪਣੇ ਠੋਸ ਵਿਚਾਰ ਦਿੱਤੇ। ਨਿਯਮ ਹੱਤਿਆ ਨੂੰ ਅਪਰਾਧ ਦੱਸਦਾ ਸੀ। ਯਿਸੂ ਨੇ ਕ੍ਰੋਧ ਨੂੰ ਅਪਰਾਧ ਦੱਸਿਆ। ਧਰਮ ਨੇ ਨਿਯਮ ਨੂੰ ਸੀਮਤ ਕੀਤਾ ਤਾਂ ਕਿ ਇਨਸਾਨਾਂ ਤੇ ਸ਼ਾਂਤੀ ਭੰਗ ਨਾ ਹੋ ਜਾਵੇ। ਯਿਸੂ ਦੇ ਅਨੁਸਾਰ ਨਿਯਮ ਪ੍ਰੇਮ ਲਈ ਦਿੱਤਾ ਗਿਆ ਹੈ। ਉਹ ਦੱਸਦਾ ਹੈ ਹੱਤਿਆ ਦਾ ਅਸਲੀ ਕਾਰਨ ਕ੍ਰੋਧ ਅਤੇ ਨਫ਼ਰਤ ਹੈ, ਜੋ ਵਿਅਕਤੀ ਕੋਲੋਂ ਹੱਤਿਆ ਕਰਵਾਉਂਦੇ ਹਨ, ਅਤੇ ਪਰਮੇਸ਼ਰ ਦੀ ਨਜ਼ਰਾਂ ਵਿੱਚ ਕ੍ਰੋਧ ਅਤੇ ਨਫ਼ਰਤ ਸਜ਼ਾ ਦੇ ਯੋਗ ਹਨ। ਯਿਸੂ ਨੇ ਇਸ ਤਰ੍ਹਾਂ ਹੱਤਿਆ ਦੀ ਗਹਿਰਾਈ ਨੂੰ ਦੱਸਦੇ ਹੋਏ ਐਲਾਨ ਕੀਤਾ ਕਿ 6ਵੀਂ ਆਗਿਆ ਦਾ ਉਲੰਘਣ ਕੇਵਲ ਖੂਨ ਹੱਤਿਆ ਹੀ ਨਹੀਂ ਹੈ, ਦਿਲ ਦੇ ਅੰਦਰ ਪੈਦਾ ਕੀਤੀ ਗਈ ਨਫ਼ਰਤ ਵੀ ਹੈ। ਫਰੀਸੀ ਨਿਯਮ ਨੂੰ ਉਸੇ ਤਰ੍ਹਾਂ ਲੈਂਦੇ ਸੀ ਜਿਸ ਤਰ੍ਹਾਂ ਉਹਨਾਂ ਨੂੰ ਲਿਖਤ ਰੂਪ ਵਿੱਚ ਨਜ਼ਰ ਆਉਂਦਾ ਸੀ। ਯਿਸੂ ਨੇ ਉਹਨਾਂ ਨੂੰ ਨਿਯਮ ਦੀ ਆਤਮਾ ਦਾ ਸ਼ਬਦ ਦਿੱਤਾ। ਉਸਨੇ ਉਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਜੋ ਹੱਤਿਆ ਦਾ ਕਾਰਨ ਸੀ, ਅਤੇ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਬਚਾਉਣ ਦੀ ਜ਼ਰੂਰਤ ਸੀ। ਆਓ ਅਸੀਂ ਇਸ ਲੇਖ ਦੇ ਮੂਲ ਸ਼ਬਦਾਂ ਵੱਲ ਸਾਵਧਾਨੀ ਨਾਲ ਵੇਖੀਏ ਅਤੇ ਧਿਆਨ ਦਈਏ ਕਿ ਐਤ 21 ਅਤੇ 22 ਵਿੱਚ ਯਿਸੂ ਮਨ ਮੁਟਾਵ ਦੇ ਬਾਰੇ ਕੀ ਆਖਦਾ ਹੈ। ਸਭ ਤੋਂ ਪਹਿਲਾਂ ਉਹ ਕ੍ਰੋਧ ਦੇ ਬਾਰੇ ਗੱਲਬਾਤ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ। ਜੇ ਤੁਸੀਂ ਲੇਖ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਸੀਂ ਵੇਖੋਗੇ ਕਿ ਉਸ ਦੇ ਦੋਸ਼ ਦੇ 3 ਸਤਰ ਹਨ, ਅਤੇ 3 ਸਤਰ ਦੇ ਹੀ 3 ਦੰਡ ਹਨ। ਸਭ ਤੋਂ ਪਹਿਲਾਂ ਉਹ ਆਖਦਾ ਹੈ, ਇਹ ਹੋ ਸਕਦਾ ਹੈ ਕਿ ਤੁਹਾਡੇ ਦਿਲ ਦੇ ਅੰਦਰ ਗੁਪਤ ਕ੍ਰੋਧ ਹੋਵੇ। ਉਹ ਦੱਸਦਾ ਹੈ, ਹੋ ਸਕਦਾ ਹੈ ਤੁਸੀਂ ਆਪਣੇ ਭਰਾ ਨਾਲ ਨਾਰਾਜ਼ ਹੋਵੋ। ਤਦ ਉਹ ਆਖਦਾ ਹੈ, ਸੰਭਵ ਹੈ ਇਹ ਨਾਰਾਜ਼ਗੀ ਵੱਧਦੀ ਹੋਈ ਤੁਹਾਡੇ ਮੂੰਹ ਦੇ ਬੋਲੇ ਹੋਏ ਸ਼ਬਦਾਂ ਤੋਂ ਪ੍ਰਗਟ ਹੋ ਜਾਵੇ।
ਜਿਸ ਨੂੰ ਉਹ ਪ੍ਰਗਟ ਕ੍ਰੋਧ ਆਖਦਾ ਹੈ, ਅਤੇ ਤੁਸੀਂ ਆਪਣੇ ਭਰਾ ਨੂੰ ਗਾਲ ਕੱਢ ਬੈਠਦੇ ਹੋ। ਅਤੇ ਤਦ ਉਹ ਇੱਕ ਕਦਮ ਹੋਰ ਵੱਧ ਕੇ ਦੱਸਦਾ ਹੈ ਕਿ ਇਹ ਬਦਨਾਮ ਕਰਨ ਵਾਲਾ ਕ੍ਰੋਧ ਬਦਲ ਜਾਂਦਾ ਹੈ ਅਤੇ ਤੁਸੀਂ ਆਪਣੇ ਭਰਾ ਨੂੰ ਬੇਵਕੂਫ ਆਖਦੇ ਹੋ। ਇਹ ਦਿਲਚਸਪ ਹੈ। ਜੇ ਤੁਸੀਂ ਲੇਖ ਨੂੰ ਧਿਆਨ ਨਾਲ ਪੜ੍ਹੋ, ਤੁਸੀਂ ਵੇਖੋਗੇ ਅੱਡ-ਅੱਡ ਕ੍ਰੋਧ ਦਾ ਅੱਡ-ਅੱਡ ਹੀ ਦੰਡ ਹੈ। ਹਰੇਕ ਜਿਸ ਦੇ ਅੰਦਰ ਕ੍ਰੋਧ ਹੋਵੇ ਤਾਂ ਉਹ ਸਥਾਨਕ ਧਾਰਮਿਕਤਾ ਸਭਾ ਦੀ ਅਦਾਲਤ ਦਾ ਦੰਡ ਪਾਵੇਗਾ, ਪਰ ਜੋ ਪ੍ਰਗਟ ਕ੍ਰੋਧ ਦਾ ਦੋਸ਼ੀ ਹੋਵੇ ਉਹ ਮਹਾਸਭਾ ਦੇ ਨਿਆਂ ਦਾ ਦੰਡ ਪਾਵੇਗਾ। ਯਿਸੂ ਦੇ ਦਿਨਾਂ ਦੇ ਵਿੱਚ ਮਹਾਸਭਾ ਵਿੱਚ 71 ਮੈਂਬਰ ਹੁੰਦੇ ਸਨ, ਜਿਸ ਨੂੰ ਸਹਿਨਡਰੀਨ ਆਖਦੇ ਸਨ, ਅਤੇ ਹਰੇਕ ਜੋ ਕਹੇ ਮੂਰਖਾ, ਉਹ ਅਗਨ ਦੀ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। ਯਹੂਦੀ ਲੋਕ ਯਰੂਸ਼ਲਮ ਦੇ ਪੂਰਬੀ ਹਿੱਸੇ ਦੇ ਬਾਹਰ ਦੋਸ਼ੀ ਲੋਕਾਂ ਨੂੰ ਉਸ ਜਗ੍ਹਾ ਤੇ ਸੁੱਟ ਦਿੰਦੇ ਸੀ ਜਿੱਥੇ ਹਰ ਵੇਲੇ ਅੱਗ ਬਲਦੀ ਰਹਿੰਦੀ ਸੀ, ਜਿਸ ਨੂੰ ਉਹ ਜਿਹੋਨਾ ਆਖਦੇ ਸਨ, ਜੋ ਨਰਕ ਨੂੰ ਦਰਸਾਉਂਦਾ ਸੀ। ਲੇਖ ਵਿੱਚ ਜੋ ਸ਼ਬਦ ਹੈ ਯੋਹੀਨਾ, ਉਹ ਇਹ ਸਥਾਨ ਹੈ ਜਿੱਥੇ ਉਹ ਯਿਸੂ ਦੇ ਸਰੀਰ ਨੂੰ ਸੁੱਟਣਾ ਚਾਹੁੰਦੇ ਸਨ ਜਦ ਉਸ ਨੂੰ ਕਰੂਸ ਤੋਂ ਉਤਾਰਿਆ ਜਾਂਦਾ। ਸਾਰੇ ਅਪਰਾਧੀ ਦੇ ਸਰੀਰਾਂ ਨੂੰ, ਗਰੀਬ ਮਨੁੱਖਾਂ ਨੂੰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਸੀ, ਉਹਨਾਂ ਨੂੰ ਯਰੂਸ਼ਲਮ ਦੇ ਬਾਹਰ ਇਸ ਢੇਰ ਉੱਤੇ ਸੁੱਟ ਦਿੰਦੇ ਸਨ ਜੋ ਅੱਗ ਨਾਲ ਬਲਦਾ ਰਹਿੰਦਾ ਸੀ। ਨਵੇਂ ਨੇਮ ਵਿੱਚ ਇਸ ਨੂੰ ਨਰਕ ਆਖਦੇ ਸਨ। ਹੁਣ ਧਿਆਨ ਦੇਣ ਦੀ ਗੱਲ ਇਹ ਹੈ ਕਿ ਯਿਸੂ ਇਹ ਨਹੀਂ ਆਖਦਾ ਕਿ ਜੋ ਲੋਕ ਇਹੋ ਜਿਹਾ ਕੰਮ ਕਰਦੇ ਹਨ ਉਹਨਾਂ ਉੱਤੇ ਇਹ ਨਿਆਂ ਆਪਣੇ ਆਪ ਜਾਵੇਗਾ, ਪਰ ਉਹ ਆਖਦਾ ਹੈ ਕਿ ਉਹ ਦੰਡ ਦਾ ਖਤਰਾ ਮਹਿਸੂਸ ਕਰਨਗੇ। ਉਹ ਆਖਦਾ ਹੈ ਜੇ ਕੋਈ ਆਪਣੇ ਭਰਾ ਅੰਦਰ ਕ੍ਰੋਧ ਰੱਖਦਾ ਹੈ ਤਾਂ ਉਹ ਨਿਆਂ ਦਾ ਖਤਰਾ ਮੁੱਲ ਲੈਂਦਾ ਹੈ, ਅਤੇ ਉਹ ਵਿਅਕਤੀ ਜੋ ਆਪਣੇ ਭਰਾ ਨੂੰ ਗਾਲ ਕੱਢਦਾ ਹੈ ਉਹ ਸਭਾ ਦੇ ਨਿਆਂ ਦਾ ਦੰਡ ਮੁੱਲ ਲੈਂਦਾ ਹੈ। ਉਹ ਵਿਅਕਤੀ ਜੋ ਆਪਣੇ ਭਰਾ ਦਾ ਮੂਰਖ ਆਖਦਾ ਹੈ ਔਰ ਉਹਨੂੰ ਮੂਰਖ ਕਹਿੰਦਾ ਹੈ, ਉਹ ਜਿਉਣ ਜਾਂ ਨਰਕ ਦਾ ਖਤਰਾ ਮੁੱਲ ਲੈਂਦਾ ਹੈ। ਉਹ ਚੇਤਾਵਨੀ ਦਿੰਦਾ ਹੈ ਕ੍ਰੋਧ ਇੱਕ ਅਪਰਾਧ ਹੈ ਅਤੇ ਅਨਾਦਰ ਕਰਨ ਵਾਲਾ ਕੁਕਰਮ ਅਤੇ ਹਿੰਸਕ ਹੈ ਜੋ ਤੁਹਾਡੇ ਸਰੀਰ ਦੇ ਮਸਤਕ ਦਾ ਅਪਰਾਧ ਹੈ। ਪਰ ਸਾਡਾ ਪ੍ਰਭੂ ਇਸ ਬਾਰੇ ਬਹੁਤ ਬੁੱਧੀਮਾਨ ਸੀ, ਜੋ ਇਹ ਜਾਣਦਾ ਸੀ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਵਿਕਸਿਤ ਹੋ ਕੇ ਜੜ ਫੜ ਲੈਂਦੀਆਂ ਹਨ, ਜਿਨ੍ਹਾਂ ਦੇ ਨਤੀਜੇ ਬਾਰੇ ਅਸੀਂ ਕਦੇ ਵੀ ਨਹੀਂ ਸੋਚਦੇ। ਜੇ ਤੁਸੀਂ ਸਮਝ ਜਾਂਦੇ ਕਿ ਕ੍ਰੋਧ ਹੀ ਹੱਤਿਆ ਦਾ ਕਾਰਨ ਹੈ ਤਾਂ ਤੁਸੀਂ ਆਪਣੇ ਦਿਲ ਵਿੱਚ ਜਗ੍ਹਾ ਹੀ ਨਾ ਦਿੰਦੇ। ਯਿਸੂ ਇਹ ਕਹਿ ਕੇ ਸਾਡੀ ਸਹਾਇਤਾ ਕਰਨਾ ਚਾਹੁੰਦਾ ਹੈ ਕਿ ਅਸੀਂ ਧਾਰਮਿਕਤਾ ਦਾ ਜੀਵਨ ਬਤੀਤ ਕਰਦੇ ਹੋਏ ਇਹ ਆਖ ਸਕੀਏ, ਮੈਂ ਕਦੇ ਵੀ ਕਿਸੇ ਦੀ ਹੱਤਿਆ ਨਹੀਂ ਕੀਤੀ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਤੇ ਵਿਚਾਰ ਨਹੀਂ ਕਰਦੇ, ਬਲਕਿ ਆਪਣੇ ਆਪ ਨੂੰ ਯੁੱਧ ਦੇ ਹਥਿਆਰ ਬਣਾ ਲੈਂਦੇ ਹਨ। ਪਰ ਯਿਸੂ ਇਸ ਤਰ੍ਹਾਂ ਨਹੀਂ ਆਖਦਾ। ਉਹ ਤਾਂ ਚਾਹੁੰਦਾ ਹੈ ਕਿ ਅਸੀਂ ਆਪਣੇ ਦਿਲ ਨੂੰ ਸਾਫ਼ ਕਰੀਏ। ਉਹ ਸਾਨੂੰ ਕਹਿ ਰਿਹਾ ਹੈ, ਅਤੇ ਉਸ ਦਿਨ ਉਸ ਨੇ ਮਿੱਤਰ ਨੂੰ ਆਖਿਆ ਕਿ ਇਹ ਚੰਗੀ ਗੱਲ ਨਹੀਂ ਕਿ ਤੂੰ ਆਪਣੇ ਆਪ ਨੂੰ ਨਿਰਦੋਸ਼ ਆਖਦਾ ਹੈ, ਜਦਕਿ ਤੂੰ ਆਪਣੇ ਬਾਹਰੀ ਕੰਮਾਂ ਦੇ ਦੁਆਰਾ ਜੋ ਨਿਯਮ ਨੂੰ ਤੋੜਦੇ ਹਨ ਉਹਨਾਂ ਨੂੰ ਕਰਨ ਵਿੱਚ ਅਸਫਲ ਹੈ। ਜਦਕਿ ਤੂੰ ਆਪਣੇ ਦਿਲ ਵਿੱਚ ਕ੍ਰੋਧ ਨੂੰ ਪਾਲ ਰੱਖਿਆ ਹੈ ਅਤੇ ਭਰਾ ਨਾਲ ਨਫ਼ਰਤ ਕਰਦਾ ਹੈ। ਉਹ ਆਖਦਾ ਹੈ ਤੇਰੇ ਮਨ ਦੀ ਭਾਵਨਾ ਹੀ ਤੈਨੂੰ ਅਪਰਾਧ ਕਰਨ ਵੱਲ ਲੈ ਜਾਂਦੀ ਹੈ। ਭਾਗ ਊੜਾ, ਗੁਪਤ ਰੋਗ ਦੀ ਗੰਦਗੀ। ਕਿਉਂ ਜੋ ਯਿਸੂ ਕ੍ਰੋਧ ਦੇ ਬਾਰੇ ਗੱਲਬਾਤ ਕਰਦਾ ਹੈ, ਉਹ ਸਭ ਤੋਂ ਪਹਿਲਾਂ ਗੁਪਤ ਕ੍ਰੋਧ ਦੀ ਗੰਦਗੀ ਬਾਰੇ ਦੱਸਦਾ ਹੈ, ਜੋ ਬਿਨਾਂ ਕਾਰਨ ਆਪਣੇ ਭਰਾ ਨਾਲ ਕ੍ਰੋਧ ਕਰਨਾ ਹੈ। ਸਨ 1994 ਵਿੱਚ ਇੱਕ ਲੇਖ ਲਿਖਿਆ ਗਿਆ ਸੀ ਜਿਸ ਦਾ ਨਾਮ ਬਾਰਿਸ ਲਿਟਲ ਲੈਫਟ ਅਬਰੋਸ 13 ਯੂਰਪੀਅਨ, ਜਿਸ ਦੇ ਲੇਖਕ ਦਾ ਨਾਮ ਕ੍ਰਿਸਟੋਫਰ ਬਰਨਰ ਸੀ। ਉਹ ਇਸ ਵਿੱਚ ਆਖਦਾ ਹੈ, ਵਰਲਡ ਵਾਰ ਦੇ ਬੰਬ ਵਾਂਗੂ ਜੋ ਯੂਰਪ ਦੇ ਵਿੱਚ ਅੱਜ ਵੀ ਲੋਕਾਂ ਦੇ ਜਾਨ ਲੈ ਰਹੇ ਹਨ। ਇਸ ਯੁੱਧ ਨੂੰ ਹੋਏ 66 ਸਾਲ ਬੀਤ ਚੁੱਕੇ ਹਨ, ਪਰ ਇਹ ਬੰਬ ਕਦੇ ਕਿਤੇ ਫਟਦੇ ਰਹਿੰਦੇ ਹਨ। ਸੈਂਕੜੋ ਟਨ ਬਰੂਦ ਸਿਰਫ ਫਰਾਂਸ ਦੇ ਅੰਦਰ ਹੀ ਮਿਲਦਾ ਹੈ। 13 ਪੁਰਾਣੇ ਬੰਬ ਪਿਛਲੇ ਸਾਲ ਫਰਾਂਸ ਵਿੱਚ ਫਟੇ, ਜਿਨ੍ਹਾਂ ਦੇ ਕਾਰਨ 12 ਲੋਕ ਮਰ ਗਏ ਅਤੇ 11 ਲੋਕ ਜ਼ਖਮੀ ਹੋਏ। ਇਹ ਸਰਕਾਰ ਦੀ ਅੰਦਰੂਨੀ ਰਿਪੋਰਟ ਹੈ। ਮੇਰੇ ਵੀ 2 ਸਹਿਪਾਠੀ ਇਸ ਵਿੱਚ ਮਾਰੇ ਗਏ। ਇਹ ਸਰਕਾਰ ਦੇ ਮੁਖੀਆ ਦਾ ਕਹਿਣਾ ਹੈ। ਵਰਲਡ ਵਾਰ 1 ਅਤੇ ਵਰਲਡ ਵਾਰ 2 ਜਿਹੜੇ ਬੰਬ ਨਹੀਂ ਫਟੇ ਸੀ, ਉਹ ਅੱਜ ਵੀ ਜ਼ਿਆਦਾ ਭਿਆਨਕ ਸਾਬਤ ਹੋ ਰਹੇ ਹਨ। ਉਹਨਾਂ ਦਾ ਅੰਦਰੂਨੀ ਬਰੂਦ ਕਿਸੇ ਵੀ ਸਮੇਂ ਪਟਾਕੇ ਵਾਂਗੂ ਵੱਜਣ ਦਾ ਪ੍ਰਦਰਸ਼ਨ ਕਰਦਾ ਹੈ। ਮੈਂ ਤੁਹਾਡੀ ਕੋਈ ਸਹਾਇਤਾ ਤੇ ਨਹੀਂ ਕਰ ਸਕਦਾ, ਪਰ ਸੋਚ ਸਕਦਾ ਹਾਂ ਇਸੇ ਤਰ੍ਹਾਂ ਹੀ ਕ੍ਰੋਧ ਕੰਮ ਕਰਦਾ ਹੈ। ਕ੍ਰੋਧ ਇੱਕ ਬੰਬ ਦੀ ਤਰ੍ਹਾਂ ਹੀ ਹੈ ਜੋ ਤੁਹਾਡੇ ਮਨ ਜਾਂ ਦਿਲ ਵਿੱਚ ਦੱਬਿਆ ਰਹਿੰਦਾ ਹੈ। ਇਹ ਕਈ ਸਾਲਾਂ ਤੱਕ ਦੱਬਿਆ ਰਹਿੰਦਾ ਹੈ। ਜਿੰਨਾ ਜ਼ਿਆਦਾ ਦੱਬਿਆ ਰਹਿੰਦਾ ਹੈ, ਉਨਾ ਹੀ ਜ਼ਿਆਦਾ ਭਿਆਨਕ ਹੁੰਦਾ ਜਾਂਦਾ ਹੈ। ਜਦ ਫੜਦਾ ਹੈ, ਆਪਣੀ ਸ਼ਕਤੀ ਤੋਂ ਵੀ ਜ਼ਿਆਦਾ ਨੁਕਸਾਨ ਕਰਦਾ ਹੈ। ਯਿਸੂ ਇੱਥੇ ਅੰਦਰੂਨੀ ਕ੍ਰੋਧ ਦੀ ਗੰਦਗੀ ਦੇ ਬਾਰੇ ਗੱਲਬਾਤ ਕਰ ਰਿਹਾ ਹੈ ਅਤੇ ਆਖ ਰਿਹਾ ਹੈ, ਜੇ ਤੁਸੀਂ ਆਪਣੇ ਭਰਾ ਨਾਲ ਨਾਰਾਜ਼ ਹੋ ਤਾਂ ਇਹ ਇੱਕ ਗੰਭੀਰ ਮਾਮਲਾ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਕ੍ਰੋਧ ਤੁਹਾਡੇ ਉੱਤੇ ਛਾਲ ਮਾਰ ਕੇ ਹਾਵੀ ਹੋ ਸਕਦਾ ਹੈ,
ਜਦ ਕਿ ਤੁਸੀਂ ਇਸ ਦੀ ਆਸ਼ਾ ਵੀ ਨਹੀਂ ਕੀਤੀ ਹੁੰਦੀ ਅਤੇ ਤੁਸੀਂ ਹੈਰਾਨ ਹੋ ਕੇ ਆਖਦੇ ਹੋ, ਪਤਾ ਨਹੀਂ ਇਹ ਕਿੱਥੋਂ ਆ ਗਿਆ। ਤੁਸੀਂ ਇਸ ਨੂੰ ਅੱਗ ਲਗਾ ਕੇ ਸਾੜ ਦਿਓ। ਇਹ ਅੰਦਰ ਹੈ ਜੋ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ, ਉਸੇ ਤਰ੍ਹਾਂ ਦਾ ਮਾਮਲਾ ਨਾ ਬਣ ਜਾਏ। ਇਸ ਹਫ਼ਤੇ ਮੈਂ ਇੱਕ ਆਦਮੀ ਦੇ ਬਾਰੇ ਪੜ੍ਹਿਆ ਜੋ ਸਵੇਰੇ 5 ਵਜੇ ਇੱਕ ਆਵਾਜ਼ ਜੋ ਭਾਂਡੇ ਦੀ ਖੜਕ ਵਾਂਗੂ ਉਸ ਦੀ ਛੱਤ ਉੱਤੋਂ ਆਉਂਦੀ ਹੋਈ ਸੁਣਾਈ ਦਿੱਤੀ। ਉਹ ਆਪਣੇ ਪਜਾਮੇ ਵਿੱਚ ਹੀ ਸੀ। ਉਹ ਇਸ ਆਵਾਜ਼ ਨੂੰ ਸਮਝਣ ਵਾਸਤੇ ਵਿਹੜੇ ਦੇ ਪਿਛਲੇ ਪਾਸੇ ਗਿਆ ਅਤੇ ਵੇਖਿਆ ਇੱਕ ਪੰਛੀ, ਜਿਸ ਨੂੰ ਕਠਫੋੜਾ ਆਖਦੇ ਹਨ, ਆਪਣੇ ਟੀਵੀ ਦੇ ਅੰਟੀਨਾ ਉੱਤੇ ਬੈਠਿਆ ਵੇਖਿਆ, ਜੋ ਆਪਣੀ ਚੁੰਝ ਨਾਲ ਪੋਲ ਉੱਤੇ ਧਾਤੂ ਨੂੰ ਮਾਰ ਰਿਹਾ ਸੀ। ਮੈਨੂੰ ਗੁੱਸਾ ਚੜ੍ਹ ਗਿਆ। ਮੈਂ ਇੱਕ ਪੱਥਰ ਦਾ ਡਲਾ ਚੁੱਕਿਆ ਤਾਂ ਕਿ ਉਹ ਛੋਟੇ ਜਿਹੇ ਪੰਛੀ ਨੂੰ ਮਾਰ ਸਕਾਂ। ਮੈਂ ਇਸ ਨੂੰ ਬੜੇ ਜ਼ੋਰ ਨਾਲ ਉਸ ਨੂੰ ਮਾਰਿਆ। ਇਹ ਮੇਰੇ ਘਰ ਤੋਂ ਉੱਪਰ ਦੀ ਹੁੰਦਿਆਂ ਹੋਇਆ ਗਿਆ ਅਤੇ ਆਵਾਜ਼ ਆਈ ਕਿਉਂ ਜੋ ਉਹ ਹੇਠਾਂ ਆ ਕੇ ਮੇਰੀ ਕਾਰ ਉੱਤੇ ਡਿੱਗਿਆ। ਮੇਰੇ ਗੁੱਸੇ ਨੇ ਮੇਰਾ ਆਪਣਾ ਹੀ ਨੁਕਸਾਨ ਕਰ ਦਿੱਤਾ ਅਤੇ ਮੈਂ ਅਹਿਸਾਸ ਕੀਤਾ, ਜਦ ਮੈਂ ਬਾਹਰ ਆਇਆ ਮੈਂ ਜੁੱਤੀ ਪਾਉਣਾ ਵੀ ਭੁੱਲ ਗਿਆ। ਇਸ ਤਰ੍ਹਾਂ ਕ੍ਰੋਧ ਕੰਮ ਕਰਦਾ ਹੈ। ਇੱਕ ਕਿਤਾਬ ਵਿੱਚ ਮੈਂ ਇੱਕ ਆਪ ਬੀਤੀ ਕਹਾਣੀ ਪੜ੍ਹੀ। ਬਿੱਲੀ ਮਾਰਟਿਨ ਆਪਣੇ ਦੋਸਤ ਮਿੱਕੀ ਮੈਂਟਲ ਨੂੰ ਟੈਕਸਾਸ ਵਿੱਚ ਸ਼ਿਕਾਰ ਕਰਨ ਲਈ ਆਖਦਾ ਹੈ। ਮਿੱਕੀ ਦਾ ਇੱਕ ਦੋਸਤ ਹੈ ਜੋ ਉਹਨਾਂ ਨੂੰ ਆਪਣੇ ਫਾਰਮ ਵਿੱਚ ਸ਼ਿਕਾਰ ਕਰਨ ਦੀ ਇਜਾਜ਼ਤ ਦੇ ਸਕਦਾ ਹੈ। ਉਹ ਉਸਦੇ ਫਾਰਮ ਤੇ ਪਹੁੰਚਦੇ ਹਨ। ਮਿੱਕੀ ਬਿੱਲੀ ਨੂੰ ਕਾਰ ਵਿੱਚ ਹੀ ਇੰਤਜ਼ਾਰ ਕਰਨ ਵਾਸਤੇ ਕਹਿ ਜਾਂਦਾ ਹੈ ਕਿ ਉਹ ਵੇਖੇ ਕਿ ਉਸ ਦਾ ਦੋਸਤ ਘਰ ਵਿੱਚ ਹੈ ਜਾਂ ਨਹੀਂ। ਮਿੱਕੀ ਦਾ ਦੋਸਤ ਉਸ ਨੂੰ ਸ਼ਿਕਾਰ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ, ਪਰ ਉਹ ਮਿੱਕੀ ਨੂੰ ਆਪਣੇ ਲਈ ਕੰਮ ਕਰਨ ਲਈ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਉਸ ਦਾ ਇੱਕ ਪਾਲਤੂ ਖੱਚਰ ਫਾਰਮ ਵਿੱਚ ਹੈ ਜੋ ਅੰਨਾ ਹੋ ਰਿਹਾ ਹੈ ਅਤੇ ਉਸ ਦੇ ਦਿਲ ਵਿੱਚ ਇੰਨਾ ਹੌਸਲਾ ਨਹੀਂ ਕਿ ਉਹ ਉਸ ਨੂੰ ਖਤਮ ਕਰਕੇ ਦੁੱਖ ਭੋਗਣ ਤੋਂ ਆਜ਼ਾਦ ਕਰ ਸਕੇ। ਇਸ ਲਈ ਉਹ ਮਿੱਕੀ ਨੂੰ ਆਖਦਾ ਹੈ ਕਿ ਜੇ ਉਹ ਉਸ ਖੱਚਰ ਨੂੰ ਮਾਰ ਦੇਵੇ ਤਾਂ ਉਹ ਉਸ ਨੂੰ ਆਪਣੇ ਫਾਰਮ ਵਿੱਚ ਸ਼ਿਕਾਰ ਕਰਨ ਦੀ ਇਜਾਜ਼ਤ ਦੇਵੇਗਾ। ਮਿੱਕੀ ਵਾਪਸ ਇਹ ਸੋਚ ਕੇ ਆਉਂਦਾ ਹੈ ਕਿ ਉਹ ਆਪਣੇ ਦੋਸਤ ਬਿੱਲੀ ਨਾਲ ਇੱਕ ਮਜ਼ਾਕ ਕਰੇਗਾ। ਉਹ ਇੱਕ ਗੁੱਸੇ ਵਾਲਾ ਮੂੰਹ ਬਣਾ ਕੇ ਕ੍ਰੋਧ ਨਾਲ ਭਰ ਕੇ ਕਾਰ ਵਿੱਚ ਵਾਪਸ ਆ ਕੇ ਬੜੀ ਤੇਜ਼ ਆਵਾਜ਼ ਨਾਲ ਕਾਰ ਦੇ ਗੇਟ ਬੰਦ ਕਰਦਾ ਹੈ। ਬਿੱਲੀ ਉਸ ਨੂੰ ਪੁੱਛਦਾ ਹੈ, ਤੈਨੂੰ ਕੀ ਹੋਇਆ? ਮਿੱਕੀ ਕਹਿੰਦਾ ਹੈ ਉਸ ਦਾ ਦੋਸਤ ਉਸ ਨੂੰ ਸ਼ਿਕਾਰ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਸਨੇ ਆਖਿਆ, ਮੈਂ ਇਸ ਵਿਅਕਤੀ ਦੇ ਕਾਰਨ ਪਾਗਲ ਹੋ ਗਿਆ ਹਾਂ। ਮੈਂ ਉਸਦੇ ਫਾਰਮ ਤੇ ਜਾ ਰਿਹਾ ਹਾਂ ਅਤੇ ਮੈਂ ਉਸਦੇ ਖੱਚਰ ਨੂੰ ਮਾਰ ਦਿਆਂਗਾ। ਮਿੱਕੀ ਇੱਕ ਪਾਗਲ ਦੀ ਤਰ੍ਹਾਂ ਕਾਰ ਚਲਾ ਕੇ ਫਾਰਮ ਤੇ ਗਿਆ। ਬਿੱਲੀ, ਤੁਸੀਂ ਜਾਣਦੇ ਹੋ, ਬਾਰੂਦ ਦਾ ਭਰਿਆ ਹੋਇਆ ਵਿਅਕਤੀ ਸੀ। ਆਖ ਰਿਹਾ ਸੀ, ਮਿੱਕੀ ਤੂੰ ਇਹ ਨਹੀਂ ਕਰ ਸਕਦਾ। ਪਰ ਮਿੱਕੀ ਹਠੀ ਸੁਭਾਅ ਦਾ ਸੀ। ਉਸਨੇ ਕਿਹਾ, ਮੈਂ ਆਪਣੇ ਜੀਵਨ ਵਿੱਚ ਇਹੋ ਜਿਹਾ ਚੱਕੀ ਕਿਸਮ ਦਾ ਆਦਮੀ ਨਹੀਂ ਵੇਖਿਆ ਅਤੇ ਦੇਖ ਮੈਂ ਹੁਣ ਕੀ ਕਰਦਾ ਹਾਂ। ਜਦ ਉਹ ਫਾਰਮ ਤੇ ਪਹੁੰਚਿਆ, ਮਿੱਕੀ ਆਪਣੀ ਬੰਦੂਕ ਲੈ ਕੇ ਛੇਤੀ ਕਾਰ ਤੋਂ ਬਾਹਰ ਨਿਕਲਦਾ ਫਾਰਮ ਵਿੱਚ ਚਲਾ ਗਿਆ ਅਤੇ ਖੱਚਰ ਨੂੰ ਮਾਰ ਦਿੱਤਾ ਅਤੇ ਜਿਸ ਤਰ੍ਹਾਂ ਹੀ ਵਾਪਸ ਆਉਣ ਲੱਗਾ ਉਸਨੇ 2 ਵਾਰ ਬੰਦੂਕ ਦੀ ਗੋਲੀ ਦੀ ਆਵਾਜ਼ ਸੁਣੀ ਔਰ ਉਹ ਦੌੜ ਕੇ ਕਾਰ ਕੋਲ ਵਾਪਸ ਆਇਆ ਅਤੇ ਵੇਖਿਆ ਬਿੱਲੀ ਆਪਣੀ ਬੰਦੂਕ ਕੱਢ ਕੇ ਖੜਾ ਸੀ। ਉਸਨੇ ਕਿਹਾ, ਤੂੰ ਕੀ ਕਰ ਰਿਹਾ ਹੈ? ਬਿੱਲੀ ਨੇ ਆਖਿਆ, ਤੂੰ ਜਾਣਨਾ ਚਾਹੁੰਦਾ ਹਾਂ ਮੈਂ ਕੀ ਕੀਤਾ ਹੈ? ਉਹ ਵਿਅਕਤੀ ਇੱਕ ਚੱਕੀ ਕਿਸਮ ਦਾ ਹੈ ਅਤੇ ਮੈਂ ਉਸ ਉੱਤੇ ਪਾਗਲ ਹੋ ਗਿਆ। ਮੈਂ ਉਸ ਦੀਆਂ ਦੋਵੇਂ ਗਾਵਾਂ ਮਾਰ ਦਿੱਤੀਆਂ ਹਨ। ਕ੍ਰੋਧ ਇੰਨਾ ਖਤਰਨਾਕ ਹੋ ਸਕਦਾ ਹੈ ਕਿ ਉਹ ਸਪਰਸ਼ ਨਾਲ ਹੀ ਫੈਲ ਜਾਂਦਾ ਹੈ। ਕੀ ਇਹ ਨਹੀਂ ਹੋ ਸਕਦਾ? ਜਦ ਤੁਸੀਂ ਕਿਸੇ ਕ੍ਰੋਧੀ ਵਿਅਕਤੀ ਨਾਲ ਕਹਿੰਦੇ ਹੋ, ਤੁਸੀਂ ਜਾਣਦੇ ਹੋ ਕੀ ਹੁੰਦਾ ਹੈ, ਤੁਸੀਂ ਵੀ ਕ੍ਰੋਧੀ ਬਣ ਜਾਂਦੇ ਹੋ। ਮੈਂ ਇਹ ਨਹੀਂ ਜਾਣਦਾ ਕਿ ਇਹ ਇੱਕ ਸੱਚੀ ਕਹਾਣੀ ਹੈ, ਪਰ ਇਹ ਕਿਤਾਬ ਵਿੱਚ ਹੈ। ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਅਸੀਂ ਇਸ ਉੱਪਰ ਹੱਸ ਸਕਦੇ ਹੋ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕ੍ਰੋਧ ਇਸ ਤਰ੍ਹਾਂ ਹੀ ਕੰਮ ਕਰਦਾ ਹੈ। ਇੱਕ ਬਹੁਤ ਸ਼ਕਤੀਸ਼ਾਲੀ ਅਤੇ ਭਾਵਨਾਵਾਂ ਨੂੰ ਗੰਦਾ ਕਰਦਾ ਹੈ। ਜਦ ਤੁਸੀਂ ਇਸ ਤਰ੍ਹਾਂ ਦੇ ਕ੍ਰੋਧੀ ਵਿਅਕਤੀ ਦੇ ਨੇੜੇ ਰਹਿੰਦੇ ਹੋ, ਤੁਸੀਂ ਮੰਨ ਲਵੋ ਕਿ ਤੁਸੀਂ ਬੰਬ ਦੇ ਗੋਲੇ ਉੱਤੇ ਚੱਲ ਰਹੇ ਹੋ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਰਹੇ ਹੋ। ਇਹ ਜੀਵਨ ਲਈ ਖਤਰਨਾਕ ਹੋ ਸਕਦਾ ਹੈ। ਲਾਈਸ ਸੈਮਟਸ ਮੇਰਾ ਇੱਕ ਮਨਪਸੰਦ ਲੇਖਕ ਹੈ। ਉਸਨੇ ਆਖਿਆ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਸ਼ਾਂਤੀ ਵਿੱਚ ਹਾਂ, ਜਦ ਕਿ ਸਾਡੇ ਅੰਦਰ ਪ੍ਰਚੰਡ ਕ੍ਰੋਧ ਹੁੰਦਾ ਹੈ, ਪਰ ਇਸ ਦਾ ਉੱਪਰੀ ਰੂਪ ਛੁਪਿਆ ਹੁੰਦਾ ਹੈ। ਇਹ ਅੰਦਰ ਛੁਪਿਆ ਅਤੇ ਦੱਬਿਆ ਹੋਇਆ ਕ੍ਰੋਧ ਹੀ ਟੂਟੀ ਦੇ ਪਾਣੀ ਦੀ ਤਰ੍ਹਾਂ ਬਾਹਰ ਆ ਕੇ ਸਾਡੇ ਅੰਦਰ ਨਫ਼ਰਤ ਦੀ ਜ਼ਹਿਰ ਭਰ ਦਿੰਦਾ ਹੈ, ਜੋ ਸਾਡੇ ਸ਼ਬਦਾਂ ਨੂੰ ਭ੍ਰਸ਼ਟ ਕਰ ਦਿੰਦਾ ਹੈ। ਨਫ਼ਰਤ ਜੋ ਅੰਦਰ ਛੁਪੀ ਹੁੰਦੀ ਹੈ, ਜੇ ਇਸ ਨੂੰ ਖੁੱਲੇ ਰੂਪ ਵਿੱਚ ਕੰਮ ਕਰਨ ਦਈਏ ਤਾਂ ਇਹ ਮੁਖੌਟੇ ਵਿੱਚ ਛੁਪ ਕੇ ਸਾਡੇ ਪ੍ਰੇਮ ਭਾਵ ਨੂੰ ਖਤਮ ਕਰ ਦਿੰਦੀ ਹੈ ਅਤੇ ਨਰਕ ਵਿੱਚ ਲੈ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਕ੍ਰੋਧ ਜਿਹੜਾ ਉੱਪਰੋਂ ਨਜ਼ਰ ਨਹੀਂ ਆਉਂਦਾ, ਜਿਹੜਾ ਸਾਡੇ ਅੰਦਰ ਛੁਪ ਕੇ ਖੌਲਦਾ ਰਹਿੰਦਾ ਹੈ, ਇਹ ਹੀ ਗੁਪਤ ਕ੍ਰੋਧ ਦੀ ਗੰਦਗੀ ਹੈ। ਭਾਗ ਐੜਾ ਪ੍ਰਗਟ ਕ੍ਰੋਧ ਦੀ ਸ਼ਕਤੀ।
ਯਿਸੂ ਹੁਣ ਇਸ ਨੂੰ ਅਗਲੇ ਸਤਰ ਵਿੱਚ ਲੈ ਕੇ ਜਾਂਦਾ ਹੈ। ਜਿਹੜਾ ਕ੍ਰੋਧ ਮੂੰਹ ਦੇ ਸ਼ਬਦਾਂ ਦੇ ਦੁਆਰਾ ਪ੍ਰਗਟ ਹੁੰਦਾ ਹੈ, ਉਸ ਦੇ ਬਾਰੇ ਗੱਲਬਾਤ ਕਰਦਾ ਹੈ। ਮੈਂ ਨਹੀਂ ਜਾਣਦਾ ਕਿ ਤੁਸੀਂ ਕਦੇ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਦਾ ਕੀ ਮਤਲਬ ਹੈ? ਪਰ ਯਿਸੂ ਦੱਸਦਾ ਹੈ, ਜੇ ਕੋਈ ਆਪਣੇ ਭਰਾ ਨੂੰ ਕਹੇ ਮੂਰਖਾ, ਤਾਂ ਉਹ ਨਿਆਂ ਦਾ ਖਤਰਾ ਮੁੱਲ ਲੈਂਦਾ ਹੈ। ਮੂਰਖਾ ਉਹ ਸ਼ਬਦ ਨਹੀਂ ਜਿਸ ਨੂੰ ਆਸਾਨੀ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਸਕੇ। ਇਸ ਲਈ ਇਸ ਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਇਹ ਹੈ। ਅੱਜ ਦੇ ਸੁਦੇਸ਼ੀ ਮਾਹੌਲ ਵਿੱਚ ਸ਼ਬਦ ਰਾਕਾ ਦਾ ਮਤਲਬ ਹੈ ਮੰਦਬੁੱਧੀ ਜਾਂ ਮੂਰਖ। ਯਿਸੂ ਆਖਦਾ ਹੈ, ਜੇ ਕੋਈ ਆਪਣੇ ਭਰਾ ਲਈ ਆਪਣੇ ਦਿਲ ਵਿੱਚ ਕ੍ਰੋਧ ਰੱਖੇ ਔਰ ਉਸ ਦਾ ਕ੍ਰੋਧ ਮੂੰਹ ਦੇ ਸ਼ਬਦਾਂ ਦੁਆਰਾ ਬਾਹਰ ਨਿਕਲੇ ਅਤੇ ਆਪਣੇ ਭਰਾ ਨੂੰ ਇਹ ਨਾਮ ਦਵੇ, ਤੂੰ ਮੰਦਬੁੱਧੀ ਹੈ, ਤੂੰ ਮੂਰਖ ਹੈ, ਇਹ ਗੁਪਤ ਕ੍ਰੋਧ ਦਾ ਅਗਲਾ ਕਦਮ ਹੈ। ਭਰਾ ਨੂੰ ਕੋਈ ਵੀ ਵਿਸ਼ੇਸ਼ਣ ਸ਼ਬਦ ਦੇਣਾ ਗਲਤ ਹੈ। ਜਦੋਂ ਤੁਸੀਂ ਨਵਾਂ ਜਨਮ ਲੈਂਦੇ ਹੋ ਤਾਂ ਤੁਹਾਨੂੰ ਜੋ ਕੁਝ ਮਿਲਦਾ ਹੈ ਉਹਨਾਂ ਦਾ ਕੁਝ ਮੁੱਲ ਹੁੰਦਾ ਹੈ। ਜਦ ਤੁਸੀਂ ਨਵਾਂ ਜਨਮ ਪਾਉਂਦੇ ਹੋ ਤਾਂ ਕਈ ਚੀਜ਼ਾਂ ਵਿੱਚੋਂ ਇੱਕ ਚੀਜ਼ ਇਹ ਹੁੰਦੀ ਹੈ, ਪਰਮੇਸ਼ਰ ਦੇ ਲੋਕਾਂ ਲਈ ਪਿਆਰ ਅਤੇ ਇੱਕ ਵੱਡੀ ਭੀੜ ਲਈ ਪਿਆਰ ਜੋ ਤੁਹਾਡੇ ਪਰਿਵਾਰ ਕਹਾਉਂਦਾ ਹੈ। ਹਮੇਸ਼ਾ ਲਈ ਜੋ ਪਰਿਵਾਰ ਹੈ ਉਹ ਯਿਸੂ ਦੀ ਕਲੀਸਿਆ ਹੈ। ਇਸ ਲਈ ਯਿਸੂ ਆਖਦਾ ਹੈ, ਤੁਸੀਂ ਕਦੇ ਵੀ ਆਪਣੇ ਭਰਾ ਦੇ ਪ੍ਰਤੀ ਇਹ ਸ਼ਬਦ ਇਸਤੇਮਾਲ ਨਾ ਕਰੋ, ਮੰਦਬੁੱਧੀ ਜਾਂ ਮੂਰਖ। ਇਹ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਕਈ ਵਾਰ ਅਸੀਂ ਇਸ ਨੂੰ ਮਜ਼ਾਕ ਵਿੱਚ ਹੀ ਆਖ ਦਿੰਦੇ ਹਾਂ, ਜਦ ਕਿ ਇਸ ਤਰ੍ਹਾਂ ਆਖਣ ਦਾ ਸਾਡਾ ਕੋਈ ਮਤਲਬ ਨਹੀਂ ਹੁੰਦਾ। ਪਰ ਤੁਸੀਂ ਨਹੀਂ ਜਾਣਦੇ ਕਿ ਉਹ ਵਿਅਕਤੀ ਸੁਣ ਕੇ ਕੀ ਸੋਚਦਾ ਹੈ। ਤੁਸੀਂ ਨਹੀਂ ਜਾਣਦੇ ਕਿ ਇਹ ਇਸ ਨੂੰ ਕਿਸ ਰੂਪ ਵਿੱਚ ਲੈਂਦਾ ਹੈ। ਬਹੁਤ ਸਮੇਂ ਪਹਿਲਾਂ ਜਦ ਮੈਂ ਪਾਸਟਰ ਸੀ, ਮੈਂ ਇਸ ਗੱਲ ਨੂੰ ਸਮਝਿਆ ਕਿ ਲੋਕ ਮੇਰੇ ਸ਼ਬਦਾਂ ਨੂੰ ਮੇਰੇ ਤੋਂ ਵੱਧ ਕੇ ਤੋਲਦੇ ਹਨ। ਇਹ ਸੱਚਮੁੱਚ ਬਹੁਤ ਮਹੱਤਵਪੂਰਨ ਹੈ। ਮੈਂ ਕਹਿਣ ਤੋਂ ਪਹਿਲਾਂ ਸਾਵਧਾਨ ਹੋ ਜਾਵਾਂ ਤਾਂ ਕਿ ਮੇਰੇ ਭਰਾ ਨੂੰ ਕੋਈ ਚੋਟ ਨਾ ਲੱਗੇ। ਕੀ ਮੈਂ ਕਦੇ ਇਸ ਤਰ੍ਹਾਂ ਕੀਤਾ ਹੈ? ਅਸੀਂ ਇੱਕ ਤਰੁੱਟੀਪੂਰਨ ਵਿਅਕਤੀ ਹਾਂ ਅਤੇ ਇਸੇ ਤਰ੍ਹਾਂ ਕਰ ਬੈਠਦੇ ਹਾਂ। ਪਰ ਪਰਮੇਸ਼ਰ ਸਾਨੂੰ ਇਸ ਬਾਰੇ ਯਾਦ ਕਰਾਉਂਦਾ ਹੈ। ਤਦ ਮੈਂ ਮਜ਼ਬੂਤੀ ਨਾਲ ਆਖਦਾ ਹਾਂ, ਇਹ ਗਲਤ ਹੈ। ਭਾਗ ਈੜੀ ਨਿੰਦਿਆ ਕਰਨ ਵਾਲੇ ਕ੍ਰੋਧ ਦੀ ਤਰੱਕੀ। ਤਦ ਉਹ ਨਫ਼ਰਤ ਕਰਨ ਵਾਲੇ ਕ੍ਰੋਧ ਦੀ ਗੱਲਬਾਤ ਕਰਦਾ ਹੈ। ਉਹ ਆਖਦਾ ਹੈ, ਤੁਸੀਂ ਇੱਕ ਵਿਅਕਤੀ ਨੂੰ ਆਖਦੇ ਹੋ ਮੂਰਖਾ। ਸ਼ਬਦ ਮੂਰਖ ਇਸ ਦਾ ਅਸਲ ਅਨੁਵਾਦ ਹੈ ਵਿਦਰੋਹੀ ਵਿਅਕਤੀ। ਜਦ ਤੁਸੀਂ ਕਿਸੇ ਵਿਅਕਤੀ ਨੂੰ ਪਾਗਲ ਆਖਦੇ ਹੋ, ਤੁਸੀਂ ਉਸ ਨੂੰ ਇੱਕ ਵਿਸ਼ੇਸ਼ ਚਿੰਨ੍ਹ ਦਿੰਦੇ ਹੋ, ਵਿਦਰੋਹੀ। ਯਿਸੂ ਆਖਦਾ ਹੈ, ਇਸ ਤਰ੍ਹਾਂ ਦਾ ਵਿਅਕਤੀ ਨਰਕ ਦੀ ਅੱਗ ਦਾ ਜਾਂ ਜਿਉਣ ਦਾ ਖਤਰਾ ਮੁੱਲ ਲੈਂਦਾ ਹੈ। ਜਦ ਅਸੀਂ ਕਿਸੇ ਨਾਲ ਕ੍ਰੋਧ ਕਰਨਾ ਤਾਂ ਅਸੀਂ ਹਵਾਈ ਝਗੜੇ ਵਿੱਚ ਵਿਅਸਤ ਹੁੰਦੇ ਹਾਂ। ਮੈਂ ਇਸ ਮਸੀਹੀ ਲੋਕਾਂ ਨੂੰ ਹਵਾਈ ਝਗੜਾਲੂ ਆਖਦਾ ਹਾਂ। ਅਸੀਂ ਸਚਾਈ ਅਤੇ ਸਬੂਤ ਤੋਂ ਦੂਰ ਨੱਠਦੇ ਹਾਂ ਅਤੇ ਦੂਸਰਿਆਂ ਨੂੰ ਵੀ ਬੇਇੱਜ਼ਤ ਕਰਦੇ ਹਾਂ। ਪਰਮੇਸ਼ਰ ਇਸ ਗੱਲ ਤੋਂ ਖੁਸ਼ ਨਹੀਂ ਹੁੰਦਾ। ਜਦ ਤੁਸੀਂ ਆਪਣੇ ਭਰਾ ਨਾਲ ਕ੍ਰੋਧ ਕਰਦੇ ਹੋ, ਤੁਸੀਂ ਉਸ ਦਾ ਸਰੂਪ ਭੁੱਲ ਜਾਂਦੇ ਹੋ ਕਿ ਉਹ ਕੌਣ ਹੈ, ਉਸ ਨੇ ਤੁਹਾਡੇ ਲਈ ਕੀ ਕੀਤਾ ਹੈ, ਉਸ ਦੀ ਹੈਸੀਅਤ ਕੀ ਹੈ, ਉਸ ਦਾ ਮੁੱਲ ਕੀ ਹੈ। ਜਦ ਸੱਚਮੁੱਚ ਤੁਸੀਂ ਕਿਸੇ ਨਾਲ ਕ੍ਰੋਧ ਕਰਦੇ ਹੋ, ਤੁਹਾਡੀ ਅੱਖ ਵਿੱਚ ਪਰਦਾ ਪੈ ਜਾਂਦਾ ਹੈ ਕਿ ਤੁਸੀਂ ਉਸ ਦੇ ਚੰਗੇ ਕੰਮਾਂ ਨੂੰ ਨਾ ਵੇਖ ਸਕੋ। ਤੁਸੀਂ ਨਿਆਂ ਕਰਨ ਦੀ ਯੋਗਤਾ ਖਤਮ ਕਰ ਦਿੰਦੇ ਹੋ। ਇਸ ਹਫ਼ਤੇ ਮੈਂ ਮੂਰਖਤਾ ਦੀ ਛੋਟੀ ਜਿਹੀ ਗੱਲ ਪੜ੍ਹੀ, ਜਿਸ ਨੇ ਮੈਨੂੰ ਸਮਝਾਇਆ ਕਿ ਕਈ ਵਾਰ ਅਸੀਂ ਆਪਣੇ ਵਿਚਾਰਾਂ ਨੂੰ ਗਲਤਫਹਿਮੀ ਨਾਲ ਜੋੜ ਲੈਂਦੇ ਹਾਂ ਕਿ ਸਾਡੀ ਸੋਚ ਗਲਤ ਦਿਸ਼ਾ ਵੱਲ ਤੁਰ ਪੈਂਦੀ ਹੈ। ਆਓ ਅਸੀਂ ਕੁਝ ਪੰਕਤੀਆਂ ਵੇਖੀਏ। ਇੱਕ ਔਰਤ ਇੱਕ ਰਾਤ ਹਵਾਈ ਅੱਡੇ ਤੇ ਇੰਤਜ਼ਾਰ ਕਰ ਰਹੀ ਸੀ, ਕਿਉਂ ਜੋ ਉਸ ਦੀ ਉਡਾਨ ਵਿੱਚ ਘੰਟੇ ਦੀ ਅਜੇ ਵੀ ਦੇਰੀ ਸੀ। ਉਹ ਹਵਾਈ ਅੱਡੇ ਤੇ ਇੱਕ ਦੁਕਾਨ, ਇੱਕ ਕਿਤਾਬ ਦੀ ਖੋਜ ਵਿੱਚ ਗਈ। ਉਸਨੇ ਇੱਕ ਪੈਕੇਟ ਬਿਸਕੁਟਾਂ ਦਾ ਖਰੀਦਿਆ। ਉਸਨੇ ਮੋਟੇ ਅੱਖਰਾਂ ਨਾਲ ਕਿਤਾਬ ਤੇ ਕੁਝ ਲਿਖਿਆ ਅਤੇ ਅਚਾਨਕ ਵੇਖਿਆ ਕਿ ਉਸਦੇ ਇੱਕ ਪਾਸੇ ਤਕੜਾ ਆਦਮੀ ਸੀ ਜਿਸ ਦੇ ਕੋਲ ਬਿਸਕੁਟਾਂ ਦਾ ਪੈਕੇਟ ਸੀ। ਉਸਨੇ ਸੋਚਿਆ ਕਿ ਉਸ ਆਦਮੀ ਨੇ ਮੇਰਾ ਪੈਕੇਟ ਲੈ ਲਿਆ ਹੈ। ਪਰ ਉਸ ਔਰਤ ਨੇ ਇਸ ਦ੍ਰਿਸ਼ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਉਹ ਪੜ੍ਹਦੀ ਗਈ ਅਤੇ ਪੈਕੇਟ ਵਿੱਚੋਂ ਬਿਸਕੁਟ ਕੱਢ ਕੇ ਖਾਂਦੀ ਰਹੀ ਅਤੇ ਘੜੀ ਵੱਲ ਨਜ਼ਰ ਸੀ। ਉਸ ਔਰਤ ਨੂੰ ਬਹੁਤ ਕ੍ਰੋਧ ਆ ਰਿਹਾ ਸੀ। ਜਿਸ ਤਰ੍ਹਾਂ ਸਮਾਂ ਬੀਤ ਰਿਹਾ ਸੀ, ਉਹ ਸੋਚ ਰਹੀ ਸੀ, ਜੇ ਮੇਰਾ ਸੁਭਾਅ ਇੰਨਾ ਅੱਛਾ ਨਾ ਹੁੰਦਾ ਤਾਂ ਮੈਂ ਇਹਨੂੰ ਦੱਸਦੀ। ਜਿਸ ਤਰ੍ਹਾਂ ਹੀ ਉਹ ਇੱਕ ਬਿਸਕੁਟ ਕੱਢਦੀ, ਉਹ ਆਦਮੀ ਵੀ ਕੱਢ ਲੈਂਦਾ। ਜਦ ਇੱਕ ਬਿਸਕੁਟ ਬਚਿਆ ਤਾਂ ਉਹ ਸੋਚ ਰਹੀ ਸੀ ਕਿ ਕੀ ਕਰਾਂ। ਮੁਸਕਰਾਉਂਦੇ ਹੋਏ ਅਤੇ ਇੱਕ ਅਜੀਬ ਹੱਸੀ ਨਾਲ ਉਸ ਆਦਮੀ ਨੇ ਉਹ ਆਖਰੀ ਬਿਸਕੁਟ ਲਿਆ ਅਤੇ ਉਸ ਦੇ ਦੋ ਟੁਕੜੇ ਕੀਤੇ। ਉਸਨੇ ਅੱਧਾ ਉਸ ਨੂੰ ਦਿੱਤਾ ਅਤੇ ਦੂਜਾ ਟੁਕੜਾ ਆਪ ਖਾਣ ਲੱਗਾ। ਔਰਤ ਨੇ ਉਸ ਕੋਲੋਂ ਖੋਹ ਲਿਆ ਅਤੇ ਕਿਹਾ, ਉਹ ਖਬਰਦਾਰ ਬ੍ਰਦਰ। ਉਸ ਆਦਮੀ ਨੂੰ ਬੁਰਾ ਲੱਗਾ ਅਤੇ ਕ੍ਰੋਧਿਤ ਨਜ਼ਰ ਆਇਆ। ਕਿਉਂ? ਇਸ ਆਦਮੀ ਨੇ ਸ਼ੁਕਰਗੁਜ਼ਾਰੀ ਵੀ ਨਹੀਂ ਕੀਤੀ। ਔਰਤ ਸਮਝ ਨਾ ਸਕੀ ਜਦ ਉਹ ਇੰਨੀ ਕਠੋਰ ਹੋ ਗਈ ਅਤੇ ਸੁੱਖ ਦਾ ਸਾਹ ਲਿਆ ਜਦ ਉਸ ਦੀ ਫਲਾਈਟ ਲਈ ਆਵਾਜ਼ ਆਈ।
ਉਸਨੇ ਆਪਣਾ ਸਮਾਨ ਇਕੱਠਾ ਕੀਤਾ ਤੇ ਗੇਟ ਵੱਲ ਤੁਰ ਪਈ। ਉਸ ਆਦਮੀ ਵੱਲ ਵੇਖਣਾ ਵੀ ਉਹਨੇ ਪਸੰਦ ਨਾ ਕੀਤਾ। ਉਹ ਆਪਣੇ ਜਹਾਜ਼ ਵਿੱਚ ਚਲੀ ਗਈ ਅਤੇ ਸੀਟ ਤੇ ਬੈਠ ਗਈ ਅਤੇ ਆਪਣੀ ਕਿਤਾਬ ਨੂੰ ਪੜ੍ਹਨ ਲੱਗੀ ਜੋ ਲਗਭਗ ਪੂਰੀ ਹੋਣ ਤੇ ਸੀ। ਜਿਸ ਤਰ੍ਹਾਂ ਹੀ ਉਸਨੇ ਆਪਣਾ ਬੈਗ ਖੋਲ੍ਹਿਆ, ਹੈਰਾਨਗੀ ਨਾਲ ਉਸਦਾ ਸਾਹ ਫੁੱਲ ਗਿਆ, ਕਿਉਂ ਜੋ ਉਸਦਾ ਬਿਸਕੁਟਾਂ ਦਾ ਪੈਕਟ ਉਸਦੇ ਸਾਹਮਣੇ ਸੀ। ਜੇ ਇਹ ਪੈਕਟ ਮੇਰਾ ਹੈ, ਉਸਨੇ ਦੁੱਖ ਨਾਲ ਸਿਸਕੀ ਲਈ, ਤਾਂ ਉਹ ਪੈਕਟ ਉਸਦਾ ਸੀ ਅਤੇ ਉਹ ਤਾਂ ਵੰਡ ਕੇ ਖਾਣਾ ਚਾਹੁੰਦਾ ਸੀ। ਮਾਫੀ ਮੰਗਣ ਵਿੱਚ ਦੇਰ ਹੋ ਚੁੱਕੀ ਸੀ। ਉਸ ਨੂੰ ਦੁੱਖ ਦਾ ਅਹਿਸਾਸ ਹੋਇਆ ਅਤੇ ਉਹ ਇੱਕ ਕਠੋਰ ਔਰਤ ਸੀ, ਨਾ ਸ਼ੁਕਰੀ ਸੀ, ਉਸ ਨੂੰ ਚੋਰ ਸਮਝ ਬੈਠੀ। ਜਦ ਤੁਹਾਡੀਆਂ ਭਾਵਨਾਵਾਂ ਗਲਤ ਦਿਸ਼ਾ ਵੱਲ ਤੁਰ ਪੈਂਦੀਆਂ ਹਨ ਤਾਂ ਤੁਸੀਂ ਉਹਨਾਂ ਦਾ ਸਰੂਪ ਨਹੀਂ ਪਛਾਣ ਸਕਦੇ। ਤੁਸੀਂ ਭੁੱਲ ਜਾਂਦੇ ਹੋ ਕਿ ਅਸਲੀ ਮਾਮਲਾ ਕੀ ਹੈ। ਕਿੰਨੀ ਵਿਅਕਲ ਕਰਨ ਵਾਲੀ ਗੱਲ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਮੱਤੀ ਦੀ ਇੰਜੀਲ ਦੇ 5ਵੇਂ ਅਧਿਆਇ ਦੀ 21 ਆਇਤ ਦੇ ਵਿੱਚ ਪਰਮੇਸ਼ਰ ਨੇ ਕਿਹਾ ਕਿ ਤੂੰ ਹੱਤਿਆ ਨਾ ਕਰਨਾ। ਇਹ ਪਰਮੇਸ਼ਰ ਦੀ 6ਵੀਂ ਆਗਿਆ ਹੈ ਕਿ ਤੂੰ ਹੱਤਿਆ ਨਾ ਕਰਨਾ। ਅਸੀਂ ਜਾਣਿਆ ਕਿ ਕ੍ਰੋਧ ਅਤੇ ਨਫ਼ਰਤ ਉਹ ਦੋ ਕਾਰਕ ਹਨ ਜਿਨ੍ਹਾਂ ਨੂੰ ਜੇਕਰ ਸਮਾਂ ਰਹਿੰਦਿਆਂ ਨਹੀਂ ਨਜਿੱਠਿਆ ਗਿਆ ਤਾਂ ਇਹੋ ਸਮਾਂ ਆਉਂਦਾ ਹੈ ਜਦੋਂ ਕ੍ਰੋਧ ਅਤੇ ਨਫ਼ਰਤ ਸਾਡੇ ਸਿਰ ਚੜ੍ਹ ਕੇ ਬੋਲਦੇ ਹਨ ਅਤੇ ਜਦੋਂ ਇਹ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦੇ ਹਨ ਤਾਂ ਹੱਤਿਆ ਨੂੰ ਅੰਜਾਮ ਦਿੰਦੇ ਹਨ। ਇਸ ਦੇ ਬਾਕੀ ਹਿੱਸੇ ਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ। ਹੁਣ ਸਾਨੂੰ ਇਜਾਜ਼ਤ ਦਿਓ, ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਫੇਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ। ਪ੍ਰਭੂ ਜੀ, ਅੱਜ ਦੇ ਤੁਹਾਡੇ ਵਚਨ ਵਾਸਤੇ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਮਦਦ ਕੀਤੀ ਕਿ ਅੱਜ ਅਸੀਂ ਕ੍ਰੋਧ ਦੇ ਬਾਰੇ ਜਾਣ ਸਕੇ। ਅਸੀਂ ਜਾਣ ਸਕੇ ਕਿ ਕ੍ਰੋਧ ਔਰ ਨਫ਼ਰਤ ਉਹ ਦੋ ਕਾਰਨ ਹੈ ਜਿਨ੍ਹਾਂ ਕਰਕੇ ਕੋਈ ਵੀ ਵਿਅਕਤੀ ਕਿਸੇ ਦੀ ਵੀ ਹੱਤਿਆ ਕਰ ਸਕਦਾ ਹੈ। ਔਰ ਤੁਸੀਂ ਸਾਨੂੰ ਪ੍ਰਭੂ ਜੀ ਆਪਣੇ ਵਚਨ ਦੇ ਦੁਆਰਾ ਸਿਖਾਇਆ ਕਿ ਅਸੀਂ ਆਪਣੇ ਕ੍ਰੋਧ ਦੇ ਉੱਤੇ ਕਾਬੂ ਰੱਖੀਏ। ਅਸੀਂ ਆਪਣੇ ਨਫ਼ਰਤ ਨੂੰ ਇੰਨਾ ਜ਼ਿਆਦਾ ਪਨਪਣ ਨਾ ਦਈਏ ਕਿ ਇਹ ਸਾਡੇ ਵਿੱਚ ਜ਼ਹਿਰ ਬਣ ਕੇ ਪ੍ਰਭੂ ਦੂਸਰੇ ਲੋਕਾਂ ਦੀ ਹੱਤਿਆ ਕਰ ਸਕੇ। ਪਿਤਾ, ਮੇਰੀ ਪ੍ਰਾਰਥਨਾ ਹੈ ਅੱਜ ਸਾਡੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਅਤੇ ਜਿਨ੍ਹਾਂ ਦੇ ਵਿੱਚ ਵੀ ਪਿਤਾ ਪਰਮੇਸ਼ਰ ਇਸ ਤਰ੍ਹਾਂ ਦੀ ਸਮੱਸਿਆ ਪਾਈ ਜਾਂਦੀ ਹੈ ਕਿ ਉਹ ਆਪਣੇ ਕ੍ਰੋਧ ਦੇ ਉੱਤੇ ਕਾਬੂ ਨਹੀਂ ਕਰ ਸਕਦੇ ਜਾਂ ਉਹਨਾਂ ਦੇ ਮਨਾਂ ਵਿੱਚ ਆਪਣੇ ਭਾਈਆਂ ਵਾਸਤੇ ਜਾਂ ਕਿਸੇ ਦੋਸਤ ਮਿੱਤਰ ਵਾਸਤੇ ਜਾਂ ਕਿਸੇ ਉਸ ਵਿਅਕਤੀ ਵਾਸਤੇ ਜਿਹਨੇ ਕਿ ਉਹਨਾਂ ਦੇ ਲਈ ਬੁਰਾ ਕੀਤਾ, ਪਿਤਾ ਨਫ਼ਰਤ ਪਾਲਦੇ ਹਨ। ਅੱਜ ਪਿਤਾ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਦੇ ਦਿਲਾਂ ਨੂੰ ਛੂਹੋ, ਉਹਨਾਂ ਨੂੰ ਪਵਿੱਤਰ ਕਰੋ ਪ੍ਰਭੂ ਜੀ। ਇਹ ਗੰਦਗੀ, ਇਹ ਪਾਪ ਉਹਨਾਂ ਦੇ ਜੀਵਨਾਂ 'ਚੋਂ ਨਿਕਲ ਜਾਏ। ਉਹ ਪ੍ਰਭੂ ਜੀ ਪ੍ਰੇਮ ਕਰਨ ਵਾਲਾ ਜੀਵਨ ਬਿਤਾਉਣ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਅੱਜ ਦੇ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।